बहन भाइयों ने एक कमेटी डाली कि जब ये कमेटी निकलेगी तो हम बहन भाई अपनी शादी करेंगे। दोनों बहन भाइयों की शादी थी कि जब उस घर में सफ़े मातम बिछ गया। 5 ਲੱਖ ਦੀ ਕਮੇਟੀ ਸੀ। ਕਮੇਟੀ ਨਿਕਲੀ, ਬੇਟੇ ਮੇਰੇ ਨੂੰ ਕੋਈ ਕਮੇਟੀ ਲਾਇਆ, ਮੈਂ ਤੈਨੂੰ ਪਲਾਟ ਇੱਕ ਲੈ ਦੇਣਾ ਤੇ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਵੀ ਦੇ ਦੇਣਾ। ਕਿਹਾ ਮੈਂ ਰਿਸ਼ਤਾ ਜਾ ਕੇ ਪੁੱਛਿਆ, ਮੰਗਣੀ ਕਰਕੇ ਆਈ ਹਾਂ। ਰੋਜ਼ਿਆਂ ਤੋਂ 1 ਮਹੀਨੇ ਪਹਿਲੇ ਸ਼ਾਦੀ ਹੋਣੀ ਸੀ। ਮੇਰੀ ਸ਼ਾਦੀ ਹੈ, ਪਤਾ ਤੁਹਾਨੂੰ, ਤੇ ਮੈਨੂੰ ਪੈਸੇ ਦੇ ਦੇ, ਮੇਰੀ ਭੈਣ ਦੀ ਵੀ ਸ਼ਾਦੀ ਹੈ। ਕਹਿੰਦਾ ਅੱਜ ਦੇਣਾ ਕੱਲ ਦੇਣਾ। ਪਾਣੀ ਦੇ ਵਿੱਚ ਮਿਲਾ ਕੇ ਇਹਨਾਂ ਤੇਜ਼ਾਬ ਦਿੱਤਾ। 1 2 वाले ਲੈ गए ਨੇ ਚੁੱਕ ਕੇ। 5-5 हज़ार दोनों बहन भाई कमेटी देते थे। जी हम दोनों मिलके देते थे। क्या सचो ने 10 लाख रुपया लिए और मुलजमों को छोड़ दिया। जब ये नॉमिनेट FIR मेरे पास मौजूद है, आप दे सकते हैं, 302 की FIR है। इससे मेरे साथ ये बेवा माँ मौजूद है जिसका जवान बेटा जिसकी उम्र तकरीबन 25 साल है और आजकल ये जो दिन गुजर रहे हैं, इन दिनों में उस बेटे के सर पर सेहरा सजना था, लेकिन सेहरा तो नहीं सजा बल्कि वो मनो मिट्टी के तले चला गया। जिस उस्ताद से उसने काम सीखा, जिस उस्ताद को उसने अपने 5 साल दिए, जिस उस्ताद को उसने अपनी कमाई दी, जिस उस्ताद के घर उसका रिश्ता तय हुआ, जिस उस्ताद की बेटी से उसने शादी करनी थी, उसी उस्ताद ने चंद पैसों की खातिर उस शागिर्द को जिसने उसे काम सीखा, जिसने उसकी बेटी से शादी करनी थी, उसको तेज़ाब पिलाकर उसकी जान ले ली। क्या मामला है, माँ जी से जानते हैं। कितनी देर हो गई थी माँ जी उसके साथ काम करते हुए आपके बेटे को? 6 साल हो गए काम करते जी। आप भी जानती होंगी उसके उस्ताद को जिससे काम सीख रहा था, जिसके साथ कर रहा था? ਨਹੀਂ, ਮੈਂ ਪਹਿਲੇ ਨਹੀਂ ਸੀ ਜਾਣਦੀ। ਜਦੋਂ ਰਿਸ਼ਤਾ ਇਹਨੇ ਕੀਤਾ ਸੀ, ਕਮੇਟੀ ਜਾ ਕੇ ਦਿੱਤੀ ਸੀ, ਉਦੋਂ ਮੈਂ ਉਹਨੂੰ ਜਾ ਕੇ ਜਾਣਨ ਲੱਗੀ ਸਾਂ, ਉਹਦੇ ਘਰ ਵੀ ਗਈ ਸਾਂ। ਉਹਨੂੰ ਉਦੋਂ तो मैं ਜਾਣ ਨਹੀਂ ਸਾਂ, ਪਹਿਲੇ मैं नहीं सी जानती। उस्ताद की बेटी के साथ ही रिश्ता तय हुआ। आपके बेटे की शादी उस्ताद के घर में ही होनी थी जी। कमेटी कितनी थी? ਕਮੇਟੀ 5 ਲੱਖ ਦੀ ਨਹੀਂ ਕਮੇਟੀ ਸੀ। ਇਹ ਮੇਰੀ ਬੇਟੀ ਨੇ ਤੇ ਮੇਰੇ ਬੇਟੇ ਨੇ ਦੋਵਾਂ ਮਿਲ ਕੇ ਪਾਈ। ਅਸੀਂ 10,000 ਰੁਪਈਆ ਮਹੀਨਾ ਦਿੰਦੇ ਸਾਂ। 5 ਲੱਖ ਦੀ ਕਮੇਟੀ ਸੀ। ਮੇਰੀ ਬੇਟੀ ਸਿਲਾਈ ਕਰਦੀ ਸੀ, ਬੇਟਾ ਮੇਰਾ ਪੇਂਟ ਦਾ ਕੰਮ ਕਰਦਾ ਸੀ। ਕਮੇਟੀ ਨਿਕਲੀ, ਠੇਕੇਦਾਰ ਨੂੰ ਪਤਾ ਲੱਗਿਆ ਕਮੇਟੀ ਨਿਕਲ ਆਈ ਹੈ। ਠੇਕੇਦਾਰ ਕੋ ਜੀ ਉਸਤਾਦ ਉਹਨੂੰ ਉਹਨੇ ਕਹਿ ਦਿੱਤਾ, ਬੇਟੇ ਮੇਰੇ ਨੂੰ ਕੋਈ ਕਮੇਟੀ ਲਾਇਆ, ਮੈਂ ਤੈਨੂੰ ਪਲਾਟ ਇੱਕ ਲੈ ਦੇਣਾ ਤੇ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਵੀ ਦੇ ਦੇਣਾ। 6 ਸਾਲ ਤੋਂ ਉਹਨੇ ਰੱਖਿਆ ਸੀ, ਕਮਾਈ ਵੀ ਖਾ ਰਿਹਾ ਸੀ। 5 ਲੱਖ ਰੁਪਈਆ ਉਹਨੇ ਦੇ ਦਿੱਤੇ 2 ਸਾਲ ਪਹਿਲੇ ਦੀ ਗੱਲ। ਫਿਰ ਬੇਟੇ ਮੇਰੇ ਨੇ ਕਿਹਾ ਸੀ ਕਿ ਮਾਂ ਜੀ ਮੇਰੇ ਕਿਤੇ ਫਰਾਡ ਤਾਂ ਨਹੀਂ ਮੇਰੇ ਨਾਲ ਕਰਦੇ, ਤੂੰ ਜਾ ਰਿਸ਼ਤਾ ਪੁੱਛ ਕੇ ਆ। ਮੈਂ ਰਿਸ਼ਤਾ ਜਾ ਕੇ ਪੁੱਛਿਆ, ਮੰਗਣੀ ਕਰਕੇ ਆਈ ਹਾਂ। 2000 ਰੁਪਈਆ ਮੈਂ ਤਲੀ ਤੇ ਰੱਖ ਕੇ ਆਈ ਹਾਂ। मतलब रिश्ता तय कर दिया? ਰਿਸ਼ਤਾ ਤੈਅ ਕਰ ਦਿੱਤਾ। ਮੈਂ ਨਾ ਗਏ ਕਿ ਭਾਈ ਸਾਨੂੰ ਪੈਸੇ ਦੇ ਦੇ, ਅਸੀਂ ਪਲਾਟ ਪਲੂਟ ਨਹੀਂ ਲੈਂਦੇ। ਮੇਰੀ ਬੇਟੀ ਦੀ ਵੀ ਸ਼ਾਦੀ ਹੈ, ਮੇਰੇ ਬੇਟੇ ਦੀ ਵੀ ਸ਼ਾਦੀ, ਦੋਨੋਂ ਦੀ ਸ਼ਾਦੀ ਕਰਨੀ ਹੈ ਤੇ ਇੰਨੇ ਪੈਸੇ ਤਾਂ ਲੱਗ ਜਾਣੇ ਨੇ, ਤੂੰ ਮੈਨੂੰ ਪੈਸੇ ਦੇ, ਅਸੀਂ ਪਲਾਟ ਨਹੀਂ ਲੈਂਦੇ। ਚਲੋ ਠੀਕ ਹੈ ਬਾਜੀ, ਮੈਂ ਤੁਹਾਨੂੰ 1-2 ਦਿਨਾਂ ਤੱਕ ਦੇਣਾ। ਇਸ ਤਰ੍ਹਾਂ ਟਾਈਮ ਮਹੀਨਾ ਕੁ ਗੁਜ਼ਰ ਗਿਆ। ਫਿਰ ਮੇਰੇ ਬੇਟੇ ਨੇ ਕਿਹਾ ਕਿ ਮਾਂ ਜੀ ਤੁਸੀਂ ਜਾਓ, ਦਿਨ ਪਾ ਕੇ ਆਓ। ਫਿਰ ਗਈ, ਜਾ ਕੇ ਦਿਨ ਪਾਏ। ਰੋਜ਼ਿਆਂ ਤੋਂ 1 ਮਹੀਨੇ ਪਹਿਲੇ ਸ਼ਾਦੀ ਹੋਣੀ ਸੀ। ਫਿਰ ਮੇਰਾ ਬੇਟਾ ਗਿਆ, ਉਹਨਾਂ ਕੋਲ ਜਾ ਕੇ ਕਮੇਟੀ ਪੁੱਛੀ ਸੀ। ਕਹਿੰਦਾ ਕਿ ਮੇਰੀ ਸ਼ਾਦੀ ਹੈ, ਪਤਾ ਤੁਹਾਨੂੰ, ਤੇ ਮੈਨੂੰ ਪੈਸੇ ਦੇ ਦੇ, ਮੇਰੀ ਭੈਣ ਦੀ ਵੀ ਸ਼ਾਦੀ ਹੈ ਤੇ ਸਾਡੀ ਦੋਵੇਂ ਭੈਣ ਸਾਨੂੰ ਮੇਰੇ ਪੈਸੇ ਦੇ ਦਿਓ। ਪੈਸੇ ਨਹੀਂ, ਉਹਨੇ ਆ ਕਹਿੰਦਾ ਅੱਜ ਦੇਣਾ ਕੱਲ ਦੇਣਾ। पैसे नहीं दिए उसको? पैसे नहीं दिए। और उसके जब उसकी जान ली है इन्होंने तो किस तरह से उसको क्या दिया उसको इन्होंने? ਪਾਣੀ ਦੇ ਵਿੱਚ ਮਿਲਾ ਕੇ ਇਹਨਾਂ ਤੇਜ਼ਾਬ ਦਿੱਤਾ। ਬਾਹਰ ਦਰਵਾਜ਼ਿਓਂ ਬਾਹਰ ਇਹਨੂੰ ਕਿਤੇ ਸੁੱਟ ਦਿੱਤਾ ਇਹਨੇ, ਬਾਹਰ ਕਿਤੇ तबीयत खराब होने पर बाहर फेंक दिया? ਹਾਂਜੀ, ਬਾਹਰ ਫੇਂਕੇ, ਸਾਡੇ ਉੱਤੇ ਨਾ ਆਵੇ ਕਿ ਅਸੀਂ ਇਹਨੂੰ ਕੁਝ ਪਿਆਇਆ ਕਿ 1 2 ਵਾਲੇ ਲੈ ਗਏ ਨੇ ਚੁੱਕ ਕੇ ਤੇ ਨਾ ਜਾ ਕੇ ਉਹ ਭਾਈ ਫਿਰ ਹਸਪਤਾਲ ਲੈ ਕੇ ਗਏ ਨੇ ਤੇ ਉਹਨਾਂ ਕਿਹਾ ਵੀ ਇਹਨੂੰ ਨਾ ਜਨਾਹ ਲੈ ਜਾਓ। ਜਨਾਹ ਲੈ ਕੇ ਇਹਨੂੰ ਫਿਰ ਉੱਥੋਂ ਮੈਨੂੰ ਫੋਨ ਆਇਆ ਸੀ ਕਿ ਜਨਾਹ ਜਿਹੜਾ ਨਾ ਅਕਰਮ ਦੀ ਤਬੀਅਤ ਜ਼ਿਆਦਾ ਖਰਾਬ ਹੈ ਤੇ ਜਨਾਹ ਹਸਪੀਟਲ। ਜਨਾਹ ਮੈਂ ਪਹੁੰਚੀ ਆਂਦੀ ਤੇ ਅੱਗੇ ਦਾ ਸਾਲਾ ਵੀ ਹੈ ਸੀ, ਹੋਣੇ ਵਾਲਾ ਸਾਲਾ। ਇਹਨੂੰ ਮੈਂ ਪੁੱਛਿਆ, ਮੈਂ ਕਿ ਬੇਟਾ ਅਕਰਮ ਨੂੰ ਕੀ ਹੋਇਆ? ਉਹ ਕਹਿੰਦਾ ਸੀ ਮਾਂ ਜੀ ਇਹ ਨਾ ਮੋਟਰਸਾਈਕਲ ਤੋਂ ਡਿੱਗਿਆ ਸੀ, ਡੰਟ ਹੋਇਆ ਤੇ ਠੀਕ ਹੋ ਜਾਏਗਾ। ਐਮਰਜੈਂਸੀ ਵਾਰਡ ਦੇ ਵਿੱਚ ਐ ਸੀ। ਮੈਂ ਫਿਰ ਅੱਗੇ ਚਲੀ ਗਈ। ਅੱਗੇ ਮੇਰੇ ਡਾਕਟਰ ਨੇ ਨਹੀਂ ਜਾਣ ਦਿੱਤਾ। ਉਹਨੇ ਕਿਹਾ देर माँ जी आपका बेटा हॉस्पिटल में ज़िंदगी और मौत की जंग लड़ता रहा है? 1 दिन ਤੇ 1 ਰਾਤ। क्या हालत थी जब आप उससे मिली हैं? क्या हालत थी उसकी? ਉਸ ਟਾਈਮ ਮੈਂ ਪਿਓ ਸੀ, ਕੋਈ ਹੋਸ਼ ਨਹੀਂ ਸੀ ਹੈਗੀ। ਮੈਂ ਫਿਰ ਉਹ ਡਾਕਟਰਾਂ ਕੇ ਨਹੀਂ ਜਾਣ ਦਿੱਤਾ। ਫਿਰ ਮੈਂ ਵਾਪਸ ਆਈ ਹਾਂ, ਵੇਖਿਆ ਵਿਕਾਸ ਨਹੀਂ ਹੈਗਾ। ਥੋੜੀ ਦੇਰ ਬਾਅਦ ਡਾਕਟਰ ਆਨ, ਮੈਂ ਡਾਕਟਰ ਨੂੰ ਵੀ ਡਾਕਟਰ ਸਾਹਿਬ ਜੀ ਮੇਰੇ ਬੇਟੇ ਨੂੰ ਕੀ ਹੋਇਆ? ਉਹਨੇ ਕਿਹਾ ਜੀ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾਦੀ ਵਾਲਾ ਲੈ ਸੀ ਨਾ, ਇਹਦੇ ਰਿਪੋਰਟਾਂ ਆਉਂਦੀਆਂ ਤੇ ਫਿਰ ਤੁਹਾਨੂੰ ਮਜ਼ੀਦ ਦੱਸਣੇ। तो फिर ये रिपोर्ट में आया कि इसको तेज़ाब पिलाया ਹਾਂਜੀ, गया? ਰਿਪੋਰਟ 'ਚ ਆਇਆ ਕਿ ਤੇਜ਼ਾਬ ਪਿਆਇਆ ਗਿਆ। ये बच्ची हमारे साथ मौजूद है। ये उस भाई की बहन है जिसने मिलकर बहन भाइयों ने एक कमेटी डाली सिर्फ इसलिए कि जब ये कमेटी निकलेगी तो हम बहन भाई अपनी शादी करेंगे। दोनों बहन भाइयों की शादी थी और ये वो दिन है कि जब उस घर में सफ़े मातम बिछ गया है। 5-5 हज़ार दोनों बहन भाई कमेटी देते थे? जी हम दोनों मिलके देते थे। और दोनों का रिश्ता, आपका भी रिश्ता तय हो जी चुका था? जी मेरा भी हो चुका है।
تو بھائی نے کوئی آخری بار کوئی بات کی ہو, کوئی شادی کی پلاننگ کر رہے ہو دونوں بہن بھائی مل کر؟ شادی کی تیاریاں ہی ہمارے گھر میں چل رہی تھی. شادی کی صرف ان پیسوں کے ساتھ باقی کی چیزیں پوری ہونی تھی. جی. ہمارے ساتھ ایک ان کے اور بھی رشتہ دار موجود ہیں, ان سے بھی بات کرتے ہیں کہ ابھی تک اس پورے معاملے میں پولیس نے کیا کارروائی کی ہے. اکرم کے چچا اس ٹائم ہمارے ساتھ موجود ہیں اور پولیس کے ساتھ کیونکہ انہی کا ملنا جلنا ہے کہ کیا پولیس اس معاملے میں کارروائی کر رہی ہے. سر مجھے بتائیے گا کہ کیا پولیس نے ابھی تک کارروائی کی ہے, ایف آئی آر درج ہوئی ہے آپ کی؟ جی ایف آئی آر ہماری درج ہوئی ہے, لیکن وہ بھی بہت مشکل ہوئی ہے ایف آئی آر درج, وہ بھی ہم نے سمجھ لیا. چاہتی ہوں کہ آپ بتائیں کہ ایف آئی آر درج کرنے کے لیے پولیس نے آپ سے کتنے پیسے مانگے ہیں اور کس کس بندے کے لیے پیسے مانگے ہیں؟ جی انہوں نے یہ کہا تھا کہ فرینزک ٹیمیں 3 آئیں گی, وہ 5-5 ہزار روپے لیتی ہیں, انہوں نے لیے. اور پھر ایک ان کا ایس ایچ او لٹیر تھا, وہ انہوں نے 5,000 روپے کہتے تھے. وہ لٹیر ہے, وہ آ کے کیس پورا لکھے گا, بنائے گا, اور وہ مطلب ہے کہ 5,000 روپے اس کو دینے پڑیں گے. آپ کو کس ٹائم آپ وہاں پر گئے تھے رات کو؟ رات کو ہم 10 بجے گئے ہیں اور یہ 2 بجے انہوں نے یہ عمل شروع اور کیا. یہ اس ٹائم کی بات ہے کہ جب وہ بچہ جو ہے اکرم اس دنیا سے جا چکا تھا اور آپ لوگوں نے اس کا کفن دفن کرنا تھا. جی بالکل, ڈیڈ باڈی ہمارے پاس موجود تھی اس کی. یہ ہمارے اداروں کے حالات چیک کر لیں. فرینزک ٹیموں نے آنا تھا, 3 ٹیم نے آنا تھا, اور ان کے لیے ہر ٹیم کے لیے 5-5 ہزار, مطلب کہ 15,000 یہ. اور ایس ایچ او نے جس نے ایف آئی آر لکھنی تھی 5,000 اس کا, کہ اس کو نیند کی آغوش سے اٹھا کر لانا تھا اور اس کے لیے اس کو 5,000 پے کرنا تھا. یہ ایک غریب آدمی کے حالات ہیں ہماری ملک میں کہ جہاں پر اس کے بچے کی ڈیڈ باڈی پڑی ہے, وہ ایف آئی آر درج کروانے آیا اور اس کو موقع پر 20,000 روپیہ دینا پڑا ہے. اس کے بعد ایف آئی آر درج ہوئی 20,000 دے. جی ایف آئی آر تو درج ہوگی, لیکن میڈم ہمیں ایف آئی آر کا فائدہ کوئی نہیں ہوا. ایف آئی آر درج ہوئی, ہم نے ملزم گرفتار کروائے, تو کچھ دن ملزم گرفتار رہے, ادھر ہم بھی تھانے میں آتے جاتے رہے. تو اس کے بعد ہمیں پتہ چلا کہ یہ گرفتاری نہیں ڈال رہے ہیں. تو جب گرفتاری وہ نہیں ڈال رہے تھے تو مطلب ہے ہم نے متعلقہ جج صاحب سے رابطہ کیا, تو تقریباً 20-25 دن بعد تو متعلقہ جج صاحب نے جب اس چیز کا نوٹس لیا ہے, اس نے سنوائی کی ہے, تو آگے سے انہوں نے جا کے مکر گئے ہیں. جی ہم نے ملزم پکڑے نہیں, وہ چھوڑ دیے ہیں انہوں نے. حالانکہ ملزم رہے ہیں حوالات میں. جی بالکل, ان کا تھانے کا کیمرے جا کے چیک کر سکتے ہیں. وہ جج صاحب کی طرف سے کیا آپ کو تسلی دی گئی ہے کہ اس معاملات کو پورے طریقے سے حل کریں گے؟ وہ نہیں, جج صاحب نے تو صرف یہ کہا کہ بھئی آپ ملزم گرفتار کریں. انہوں نے کہا جی ہم کر لیں گے. پھر ہم ان کے محلے میں آئے تو ادھر سے پتہ چلا کہ ایس ایچ او نے 10 لاکھ روپیہ لیے اور ملزموں کو چھوڑ دیا. جب یہ نامینیٹ ایف آئی آر میرے پاس موجود ہے, آپ دے سکتے ہیں, 302 کی ایف آئی آر ہے. یہ کیا ایک غریب انسان اس ایف آئی آر اس کاغذ کے ٹکڑے کا کرے گا, جس کا بچہ اس بیوہ ماں کا سہارا, زندگی کا سہارا, جینے کا سہارا, گھر کا سرکل چلانے کا سہارا, جس کے سر پہ صحرا بندھنا تھا, یہ اس کاغذ کے ٹکڑے کو کیا کریں گے کہ جب ملزمان کو پہلے حراست میں لیا گیا اور اس کے بعد ان کو چھوڑ دیا گیا چند پیسوں کے لیے. اس غریب آدمی کو نہیں چھوڑا جس کے ساتھ ظلم ہوا تھا, جس کے ساتھ آن دی اسپاٹ 20,000 روپیہ لیا گیا ہے. تو ہم لوگ کیا توقع رکھ سکتے ہیں کہ ان لوگوں سے جن لوگوں نے ظلم کیا ہے, ان لوگوں سے پولیس نے پیسے نہیں کھائے ہوں گے؟ یہ حالات ہے. سب سے پہلے تو ان پولیس افسران کے خلاف ایکشن ہونا چاہیے, بعد میں کسی اور کے خلاف ہونا چاہیے کہ یہ غریب ایک آدمی جب انصاف کے لیے ان کے اداروں کے پاس ان کے در پر جاتا ہے تو یہ لوگ کیسے اس کی کھال اتار دیتے ہیں. اجازت دیں مجھے, اللہ حافظ.